ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਪੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ। ਧੰਨ ਧੰਨ ਗੁਰੂ ਕੀ ਸਾਧ ਸੰਗਤ। ਆਪ ਸਰਬੱਤ ਮਾਈ ਭਾਈ ਵਡਭਾਗੇ ਹੋ ਜੋ ਇਸ ਸਮੇਂ ਦੇ ਦੌਰਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਮਹਾਂਪੁਰਖਾਂ ਦੇ ਅਸਥਾਨਾਂ 'ਤੇ ਆ ਕਰਕੇ ਧੰਨ ਧੰਨ ਬਾਬਾ ਸਿਲਵਰਾ ਸਾਹਿਬ ਜੀ, ਬਾਬਾ ਡੋਗਰ ਮਹਾਂਬਲੀ ਜੀ, ਇਹਨਾਂ ਦੇ ਪਵਿੱਤਰ ਅਸਥਾਨਾਂ 'ਤੇ ਸਮੇਂ ਨੂੰ ਸਫਲ ਕਰ ਰਹੇ ਹੋ। ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨਾ। ਗੁਰੂ ਕੀ ਸਾਧ ਸੰਗਤ ਆਪ ਭਲੀ ਪ੍ਰਕਾਰ ਜਾਣਦੇ ਹੋ ਕਿ ਅੱਜ ਦਾ ਜਿਹੜਾ ਦਿਹਾੜਾ ਹੈ, ਇੱਕ ਤਾਂ ਇਸ ਨੂੰ ਚੱਲ ਰਹੀ ਰਵਾਇਤ ਅਨੁਸਾਰ ਸੰਗਰਾਂਦ ਦਾ ਦਿਹਾੜਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਨਾਲ ਇਸ ਇਤਿਹਾਸਕ ਸੰਬੰਧ ਜਿਹੜੇ ਹਨ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਹਵਾਲੇ ਬਹੁਤ ਮਿਲਦੇ ਹਨ। ਉਸ ਕਰਕੇ ਵੀ ਸਿੱਖ ਸੰਗਤਾਂ ਉਸ ਸਮੇਂ ਨੂੰ ਯਾਦ ਕਰਦੀਆਂ ਹਨ ਜਿਸ ਦਿਨ 'ਤੇ ਕੋਈ ਕੌਤਕ ਮਹਾਂਪੁਰਖਾਂ ਨੇ ਸਤਿਗੁਰਾਂ ਕੀਤਾ ਹੈ। ਅਤੇ ਮਹਾਰਾਜ ਕਿਰਪਾ ਕਰਨ। ਇਸ ਦੇ ਨਾਲ ਇੱਕ ਹੋਰ ਵੀ ਜ਼ਰੂਰੀ ਜਿਹੜੀ ਗੱਲ ਯਾਦ ਰੱਖਣ ਵਾਲੀ ਹੈ ਕਿ ਕਈ ਲੋਕ ਜਿਹੜੇ ਜਿਨ੍ਹਾਂ ਨੂੰ ਕਹਿ ਦਈਦਾ ਹੈ ਕਿ ਬੁੱਧੀਜੀਵੀ ਆਪਣੇ ਸੋਚ ਅਨੁਸਾਰ ਉਹ ਵਿਚਾਰੇ ਵਿਚਾਰ ਕਰਦੇ ਹਨ ਕਿ ਭਾਈ ਬਿਕਰਮੀ ਸੰਮਤ ਜਿਹੜਾ ਹੈ, ਦੇਸੀ ਸਾਲ ਜਿਹੜਾ ਹੈ, ਕਈਆਂ ਸਾਲਾਂ ਵਿੱਚ ਉਹਦੇ ਦਿਨ ਜਿਹੜੇ ਹਨ ਬਹੁਤ ਅੱਗੇ ਪਿੱਛੇ ਹੋ ਜਾਣਗੇ। ਪਰ ਜੇ ਵਿਚਾਰਿਆ ਜਾਵੇ ਤਾਂ ਇਸ ਸਾਲ ਦੇ ਵਿੱਚ ਵੀ ਦੋ ਵਾਰ ਮਾਘੀ ਦੀ ਸੰਗਰਾਂਦ ਅਤੇ ਵਿਸਾਖ ਦੀ ਸੰਗਰਾਂਦ ਜਦੋਂ ਆਉਂਦੀ ਹੈ, ਤਕਰੀਬਨ ਸਾਲ ਬਾਅਦ ਉਸੇ ਦਿਨ 'ਤੇ ਹੀ ਆਉਂਦੀ ਹੈ, 19 ਤਰੀਕ ਨੂੰ ਹੀ। ਬਾਕੀ ਆਪਾਂ ਅੰਗਰੇਜ਼ੀ ਅਤੇ ਦੇਸੀ ਤਰੀਕ ਦੇ ਨਾਲ ਹੋਰ ਕੋਈ ਤੁਲਨਾ ਕਰਨੀ ਜਿਹੜੀ ਉਹ ਵੱਖਰੀ ਗੱਲ ਹੈ। ਪਰ ਜੇ ਆਪਾਂ ਦਿਨਾਂ ਦੀ ਗਿਣਤੀ ਨੂੰ ਸਹੀ ਸਲਾਮਤ ਉਸੇ ਜਗ੍ਹਾ ਰੱਖਣਾ ਚਾਹੀਏ, ਜੇ ਬਾਰ ਸਾਲ ਬਾਅਦ ਉਸ ਦਿਨ ਦੇ ਹਿਸਾਬ ਦੇ ਨਾਲ ਕਿ ਵਾਧਾ ਘਾਟਾ ਨਾ ਹੋਵੇ, ਅਤੇ ਜਿੰਨੀ ਤਰੀਕ ਨੂੰ ਵਿਸਾਖੀ ਆਉਂਦੀ ਹੈ ਉਹ ਸਾਲ ਬਾਅਦ ਫਿਰ ਉਸੇ ਤਰ੍ਹਾਂ ਆਵੇਗੀ। ਮਾਘੀ ਦਾ ਦਿਹਾੜਾ ਜਿਹੜਾ ਮਾਘ ਦੀ ਸੰਗਰਾਂਦ ਇਸੇ ਤਰ੍ਹਾਂ ਆਉਂਦੀ ਹੈ। ਇਸ ਕਰਕੇ ਅਸੀਂ ਦੇਸੀ ਹਿਸਾਬ ਨੂੰ ਪੂਰਾ ਯਾਦ ਨਹੀਂ ਰੱਖਦੇ ਅਤੇ ਜਦੋਂ ਦੂਜਾ ਵਿੱਚ ਮਿਕਸ ਕਰ ਲੈਂਦੇ ਹਾਂ ਤਾਂ ਸਾਨੂੰ ਭੁਲੇਖਾ ਪੈ ਜਾਂਦਾ ਹੈ। ਪਰ ਇਹਦੇ ਵਿੱਚ ਕੋਈ ਭੁਲੇਖੇ ਵਾਲੀ ਐਡੀ ਗੱਲ ਨਹੀਂ। ਸਾਡੇ ਵੱਡੇ ਵਡੇਰਿਆਂ ਨੇ, ਬੜੇ ਵਿਦਵਾਨਾਂ ਨੇ, ਗੁਰਸਿੱਖਾਂ ਨੇ, ਮਹਾਂਪੁਰਖਾਂ ਨੇ, ਸਤਿਗੁਰਾਂ ਨੇ ਵਿਚਾਰ ਕੇ ਅਤੇ ਭਾਈ ਸਾਨੂੰ ਇਸ ਤਰੀਕੇ ਦੇ ਨਾਲ ਇਹ 12 ਮਹੀਨਿਆਂ ਦਾ ਜਿਹੜਾ ਸੀ ਉਹ ਜਿਹੜਾ ਸ਼ੁਭ ਰਸਤਾ ਇਹਨੂੰ ਵਿਚਾਰ ਕੇ ਇਹਦੇ ਤੋਂ ਸਿੱਖਿਆ ਲੈਣ ਦਾ ਹੁਕਮ ਕੀਤਾ ਹੈ। ਮਹਾਰਾਜ ਕਿਰਪਾ ਕਰਨ। ਸੋ ਬੇਨਤੀ ਹੈ ਕਿ ਜੋ ਹੁਕਮ ਹੋਇਆ ਹੈ ਅੱਜ ਦੇ ਦਿਹਾੜੇ ਦੇ ਸੰਬੰਧ ਵਿੱਚ ਕੁਝ ਵਿਚਾਰ ਦੇ ਨਾਲ ਜੁੜਨ ਦਾ, ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਦੀ ਜੀਵ ਦੇ ਹਾਜ਼ਰੀ ਪ੍ਰਵਾਨ ਕਰਨੀ, ਕੁਝ ਸਮਾਧੀ ਦੇ ਨਾਲ ਇਹਨਾਂ ਬਚਨਾਂ ਦੀ ਸਾਂਝ ਬਣ ਸਕੇ ਜੋ ਮਹਾਂਪੁਰਖਾਂ ਦੇ ਸਤਿਗੁਰਾਂ ਦੇ ਬਚਨ ਹਨ। ਅਤੇ ਆਪ ਕਿਰਪਾ ਕਰਨੀ, ਮਿਹਰ ਭਰਿਆ ਹੱਥ ਰੱਖਣਾ, ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਜੋ ਚੱਲ ਰਹੀ ਰਵਾਇਤ ਅਨੁਸਾਰ ਜੋ ਅੱਜ ਦਾ ਦਿਹਾੜਾ ਜਿਹੜਾ ਹੈ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰਦੇ ਹਨ ਕਿ ਜੋ ਪੰਜਵੇਂ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਖਜ਼ਾਨਾ ਜਿਹੜਾ 12 ਮਾਹ ਜੀ ਦੀ ਬਾਣੀ ਹੈ, ਇਹਦੇ ਸਿੱਖਾਂ ਦੇ ਕਹਿਣ 'ਤੇ ਸੌਖੇ ਅਰਥ ਕਰਕੇ, ਭਾਵ ਸਿਖਾਉਣ ਕਰਕੇ ਸਾਨੂੰ 12 ਮਹੀਨੇ ਫਿਰ ਦੁਬਾਰਾ ਰਚ ਕੇ ਦਿੱਤੇ ਹਨ। ਜੋ ਆਮ ਕਰਕੇ 12ਵਾਂ ਮਾਹ ਜਿਹੜਾ ਬੜਾ ਪ੍ਰਚਲਿਤ ਹੈ ਸਿੱਖ ਜਗਤ ਵਿੱਚ,
ਇਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਕਰਤਾਰਪੁਰ ਦੀ ਧਰਤੀ 'ਤੇ, ਉਹਦੇ ਵਿੱਚ ਪਹਿਲਾਂ 12ਵਾਂ ਉਚਾਰਿਆ ਗਿਆ ਹੈ। ਸੋ ਜੋ ਪੰਜਵੇਂ ਪਾਤਸ਼ਾਹ ਜੀ ਨੇ ਇਸ ਸੰਬੰਧ ਵਿੱਚ ਕਿਹਾ, ਪਹਿਲਾਂ ਥੋੜ੍ਹੀ ਬੇਨਤੀ ਉਸ ਬਾਰੇ ਹੈ, ਫਿਰ ਆਪਾਂ ਤੁਖਾਰੀ ਰਾਗ ਦੇ 12ਵਾਂ ਦੀ ਵਿਚਾਰ ਦੇ ਨਾਲ ਜੁੜਨ ਦੀ ਸਤਿਗੁਰਾਂ ਤੋਂ ਜੋ ਆਗਿਆ ਪ੍ਰਾਪਤ ਕਰਨੀ ਚਾਹੁੰਦੇ ਹਾਂ। ਅਤੇ ਅੱਜ ਦਾ ਫਰਮਾਨ ਹੈ, ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋਹ। ਅਤੇ ਬਾਣੀ ਅਨੁਸਾਰ ਇਹ ਵਾਢੀਆਂ ਜਿਹੜੀਆਂ ਹਨ, ਇਹਨਾਂ ਨੂੰ ਕਣਕ ਦੀ ਵਾਢੀਆਂ ਨਾਲ ਨਹੀਂ ਜੋੜਿਆ ਜਾਂਦਾ। ਜਿਵੇਂ ਆਮ ਕਰਕੇ ਇਹ ਵੀ ਆਮ ਉਦਾਹਰਣ ਮਿਲਦੀ ਹੈ ਕਿ ਵਿਸਾਖ ਦੇ ਮਹੀਨੇ ਵਿੱਚ ਜਿਵੇਂ ਕਣਕ ਨਹੀਂ ਰਹਿੰਦੀ, ਉਹਨੂੰ ਵੱਢਣ ਵਾਸਤੇ ਲਾਵੇ ਤਿਆਰ ਹੋ ਜਾਂਦੇ ਹਨ। ਭਾਵੇਂ ਕਿੰਨਾ ਵੀ ਪਹਿਲਾਂ ਹਰਿਆ ਰੰਗ ਉਹਦਾ ਦਿਸਦਾ ਹੈ, ਪਰ ਇਸ ਸਮੇਂ 'ਤੇ ਆ ਕੇ ਦਿਨੋਂ ਦਿਨ ਵੇਖੀਦਾ ਹੈ ਕਿ ਰੰਗ ਉਹਦਾ ਬਦਲ ਜਾਂਦਾ ਹੈ। ਜੇ ਗੁਰੂ ਕੀ ਸਾਧ ਸੰਗਤ ਅੰਤਰੀ ਭਾਵ ਬਣਦਾ ਹੈ ਵਾਂਢੀਆਂ। ਵਾਂਢੀਆਂ ਤੋਂ ਭਾਵੇਂ ਹੁੰਦਾ ਹੈ ਕਿ ਵਿਛੜੀਆਂ ਹੋਈਆਂ, ਵਿਛੋੜੇ ਦੇ ਵਿੱਚ ਰਹਿ ਰਹੀਆਂ ਉਹ ਜੋ ਰੂਹਾਂ ਹਨ, ਵਾਂਢੀ ਕਿਉਂ ਤੀ ਰਹਿਓ। ਇਸ ਪ੍ਰਕਾਰ ਸਤਿਗੁਰੂ ਜੀ ਨੇ ਦੱਸਿਆ ਕਿ ਭਾਈ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ, ਵਿਛੋੜੇ ਦਾ ਜਿਹੜਾ ਹੈ ਐਸਾ ਦੁੱਖ ਲੱਗਾ ਹੈ, ਉਹਨਾਂ ਨੂੰ ਕਿਵੇਂ ਧੀਰ ਜਾ ਸਕਦੀ ਹੈ ਸਮੇਂ ਦੇ ਵਿੱਚ। ਅਤੇ ਦੂਜੀ ਬੇਨਤੀ ਨਾਲ ਇਹਦੇ ਹੈ ਕਿ ਅੱਜ ਦਾ ਦਿਹਾੜਾ ਜਿਹੜਾ ਹੈ ਭਾਈ ਖਾਲਸੇ ਦਾ ਸਾਜਨਾ ਦਿਵਸ ਮੰਨਿਆ ਜਾਂਦਾ ਹੈ, ਜੋ ਬਹੁਤ ਵੱਡਾ ਮਹਾਤਮ ਇਸ ਦਾ ਸਿੱਖ ਜਗਤ ਵਿੱਚ ਸੰਸਾਰ ਭਰ ਦੇ ਪਰਉਪਕਾਰ ਵਾਸਤੇ ਕਿਹਾ ਜਾ ਸਕਦਾ ਹੈ। ਸਤਿਗੁਰਾਂ ਜੋ ਬਖਸ਼ਿਆ ਵੱਡਾ ਮਹਾਤਮ ਹੈ। ਖਾਲਸੇ ਦੇ ਜਨਮ ਦਿਹਾੜੇ 'ਤੇ ਇਕੱਤਰ ਹੋਈ ਪਰਮ ਸਤਿਕਾਰ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਵਿਸਾਖੀ ਦੇ ਗੁਰਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1756 ਬਿਕਰਮੀ 1699 ਈਸਵੀ ਨੂੰ ਇੱਕ ਮਹਾਨ ਸਮਾਗਮ ਕੀਤਾ, ਜਿਸ ਵਿੱਚ ਚਿੱਠੀਆਂ ਪੱਤਰਕਾਂ ਭੇਜ ਕੇ ਦੂਰੋਂ ਦੂਰੋਂ ਸੰਗਤਾਂ ਸੱਦੀਆਂ। ਬੇਅੰਤ ਹੀ ਸੰਗਤਾਂ ਪੋਠੋਹਾਰ, ਕਾਬਲ, ਕੰਧਾਰ, ਮਾਝਾ, ਮਾਲਵਾ, ਦੁਆਬਾ ਆਦਿਕ ਸਾਰੇ ਥਾਵਾਂ ਤੋਂ ਸੰਗਤਾਂ ਆਈਆਂ। ਅਤੇ ਕਿਹਾ ਜਾਂਦਾ ਕਿ 10 ਲੱਖ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ ਹੈ। ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸੰਗਤਾਂ। ਅਤੇ ਇਹਨੇ ਨੂੰ ਸਤਿਗੁਰਾਂ ਵੀ ਵੇਖਿਆ ਕਿ ਇਹ ਜੋ ਰੱਬ ਦੇ ਪਿਆਰੇ ਹਨ, ਅੰਮ੍ਰਿਤ ਦੇ ਪਿਆਸੇ ਹਨ। ਅਤੇ ਸਤਿਗੁਰਾਂ ਦਾ ਫਰਮਾਨ ਹੈ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਜਿਹਨੂੰ ਇਹ ਪਿਆਸ ਹੈ ਕਿ ਮੈਨੂੰ ਅੰਮ੍ਰਿਤ ਪ੍ਰਾਪਤ ਹੋ ਜਾਵੇ, ਗੁਰੂ ਕੀ ਸਿੱਖੀ ਮਿਲ ਜਾਵੇ, ਅਤੇ ਉਹੀ ਉਹ ਅੰਮ੍ਰਿਤਵਾ ਛਕਣ ਵਾਸਤੇ ਤਿਆਰ ਹੁੰਦਾ। ਦੂਜਾ ਕਹਿੰਦਾ ਮੇਰਾ ਜੇ ਮਨ ਹੀ ਨਹੀਂ ਬਣਦਾ, ਟਾਲ ਮਟੋਲਾ ਕਰ ਜਾਂਦਾ ਹੈ। ਅਤੇ ਇਸ ਕਰਕੇ ਜਿਹਨੂੰ ਤੇਹ ਲੱਗੀ ਨਹੀਂ, ਉਹਨੂੰ ਪਾਣੀ ਕਿਵੇਂ ਬਹੁਤਾ ਪਿਆਇਆ ਜਾਵੇਗਾ ਖੁਸ਼ੀ ਨਾਲ। ਸਾਰੀ ਸੰਗਤ ਨੇ ਹੁਣ ਰਾਤ ਆਰਾਮ ਕੀਤਾ, ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਉਹ ਗੁਰੂ ਜੀ ਵੀ ਆਪਣੇ ਆਸਣਾਂ 'ਤੇ ਬਿਰਾਜਮਾਨ ਹੋ ਗਏ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਇਸ਼ਨਾਨ ਕੀਤਾ, ਤਿਆਰੀ ਕਰਕੇ ਸ਼ਸਤਰ ਬਸਤਰ ਸਜਾ ਕੇ ਮਹਾਰਾਜ ਜੀ ਸੁੰਦਰ ਘੋੜੇ 'ਤੇ ਸਵਾਰ ਹੋ ਕੇ ਆਪਣੇ ਨਿਵਾਸ ਸਥਾਨ ਤੋਂ ਸ੍ਰੀ ਕੇਸਗੜ੍ਹ ਸਾਹਿਬ ਦੇ ਰਸਤੇ ਚੱਲ ਪਏ। ਉਸ ਸਮੇਂ ਅਜੇ ਤਖਤ ਦੀ ਤਿਆਰੀ ਨਹੀਂ ਸੀ, ਪਰ ਸਤਿਗੁਰਾਂ ਨੂੰ ਪਤਾ ਸੀ ਇੱਥੇ ਜੋ ਕੁਝ ਹੋਣਾ। ਛੇਵੇਂ ਪਾਤਸ਼ਾਹ ਜੀ ਪਹਿਲਾਂ ਭਗਤਵਾਕ ਚਾਰ ਗਏ ਸਨ। ਜਦੋਂ ਅਨੰਦਪੁਰ ਸਾਹਿਬ ਵਾਲੇ ਜਗ੍ਹਾ ਜਿੱਥੇ ਕਿ ਅੱਜ ਕੱਲ੍ਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਤੋਂ ਵਰਸਾਏ ਹੋਏ ਧੰਨ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਮੰਸ ਵਿੱਚੋਂ ਬਾਬਾ ਦਇਆ ਸਿੰਘ ਸਾਹਿਬ ਜੀ ਸੱਚਖੰਡ ਵਾਸੀ, ਉਹਨਾਂ ਦੀ ਸੰਪਰਦਾ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ ਉਸ ਸਥਾਨ ਦੀ ਸੇਵਾ ਕਰਵਾਈ, ਦਰਬਾਰ ਬਣਾਇਆ, ਉੱਥੇ ਖੂਦ ਪੁਰਾਤਨ ਹੈ। ਅਤੇ ਛੇਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਖੂਹ ਤੋਂ ਜਦੋਂ ਜਲ ਪਾਣੀ ਛਕਿਆ, ਅਤੇ ਜਿੱਥੇ ਅੱਜ ਕੱਲ੍ਹ ਕੇਸਗੜ੍ਹ ਸਾਹਿਬ ਵੱਡਾ ਤਖਤਮਾ
ਸੁਭਾਏਮਾਨ ਹੈ। ਸਤਿਗੁਰਾਂ ਨੇ ਉਸ ਸਮੇਂ ਦੀ ਜੋ ਸ਼ਕਲ ਪਹਾੜੀ ਦੀ ਸੀ, ਪਹਾੜੀ ਵੱਲ ਵੇਖ ਕੇ ਨਮਸਕਾਰ ਕੀਤੀ। ਅਤੇ ਸਿੱਖ ਕਹਿਣ ਲੱਗੇ, ਮਹਾਰਾਜ ਕੁਦਰਤੀ ਪਹਿਲਾਂ ਸੁਭਾਵਿਕ ਬਚਨ ਚੱਲਿਆ ਕਿ ਹੋਰ ਗੁਰੂਆਂ ਨੇ, ਪੰਜਾਂ ਪਾਤਸ਼ਾਹੀਆਂ ਨੇ ਬਾਣੀ ਦੀ ਰਚਨਾ ਕੀਤੀ ਹੈ ਅਤੇ ਆਪ ਛੇਵੇਂ ਸਰੂਪ ਵਿੱਚ ਇੱਕ ਵਾਰਾਂ ਦੀ ਜਿਹੜੀ ਹੈ ਉਹ ਉੱਪਰ ਕਿਰਪਾ ਕੀਤੀ ਹੈ। ਜਿਵੇਂ ਕਿ 9 ਧੁਨਾਂ ਚੜ੍ਹਾਈਆਂ ਹਨ ਗੁਰਬਾਣੀ ਦੀਆਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਵਿੱਚ। ਸਿੱਖ ਕਹਿਣ ਲੱਗੇ, ਮਹਾਰਾਜ ਜਿਸ ਤੋਂ ਇਲਾਵਾ ਹੋਰ ਬਾਣੀ ਦੀ ਰਚਨਾ ਨਹੀਂ ਕੀਤੀ। ਅਤੇ ਸਤਿਗੁਰਾਂ ਨੇ ਕਿਹਾ, ਭਾਈ ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੈ, ਜੋ ਸਾਡੇ ਜ਼ਿੰਮੇ ਲੱਗਾ ਹੈ ਉਹ ਅਸੀਂ ਕਰਨਾ ਹੈ। ਅਤੇ ਹੁਣ ਤੁਹਾਡਾ ਜੋ ਬਚਨ ਹੈ, ਇਸ ਵਾਸਤੇ ਆਪ ਜੀ ਨੂੰ ਦੱਸਦੇ ਹਾਂ ਕਿ 10ਵੇਂ ਜਾਮੇ ਵਿੱਚ ਇਹ ਪਰਮੇਸ਼ਰ ਨੇ ਸਾਡੇ ਜ਼ਿੰਮੇ ਲਾਇਆ ਹੈ ਕਿ ਉਦੋਂ ਹੋਰ ਬਾਣੀ ਬਹੁਤ ਰਚਣੀ ਪੈਣੀ ਹੈ। ਉਦੋਂ ਇਹ ਆਸ ਪੂਰੀ ਹੋਵੇਗੀ ਤੁਹਾਡੀ। ਉਸ ਪਹਾੜੀ ਵੱਲੇ ਸਤਿਗੁਰਾਂ ਨੇ ਨਮਸਕਾਰ ਕੀਤੀ, ਸੀਸ ਝੁਕਾਇਆ, ਆਪਣਾ ਮੁਖਾਰਬਿੰਦ ਕਰਕੇ। ਸਿੱਖਾਂ ਕਿਹਾ, ਮਹਾਰਾਜ ਇੱਧਰ ਕੀ ਹੈ? ਸਤਿਗੁਰਾਂ ਕਿਹਾ, ਤੂੰ 10ਵੇਂ ਜਾਮੇ ਵਿੱਚ ਇੱਥੇ ਵੀ ਬਹੁਤ ਵੱਡੇ ਕੌਤਕ ਹੋਣੇ ਹਨ, ਇਹ ਥਾਂ ਬੜਾ ਪਵਿੱਤਰ ਮੰਨਿਆ ਜਾਵੇਗਾ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਅੱਜ ਵਿਸਾਖੀ ਵਾਲੇ ਦਿਨ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਉਸ ਸਥਾਨ 'ਤੇ ਪਹੁੰਚੇ ਹਨ। ਅਤੇ ਗੁਰੂ ਕੀ ਸਾਧ ਸੰਗਤ ਸ੍ਰੀ ਕੇਸਗੜ੍ਹ ਸਾਹਿਬ ਆਪ ਰਾਜੇ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਤੰਬੂ ਪਹਿਲਾਂ ਹੀ ਲਵਾ ਦਿੱਤੇ ਗਏ ਸਨ, ਆਲੇ ਦੁਆਲੇ ਕਨਾਤਾਂ ਤਣਾ ਦਿੱਤੀਆਂ ਗਈਆਂ। ਇਸ ਪ੍ਰਕਾਰ ਦੀਵਾਨ ਸੱਜਿਆ ਅਤੇ ਸਤਿਗੁਰੂ ਜੀ ਤੰਬੂ 'ਚੋਂ ਬਾਹਰ ਆਏ ਅਤੇ ਉਹਨਾਂ ਦੇ ਹੱਥ ਵਿੱਚ ਬਿਜਲੀ ਨਾਲੋਂ ਵੀ ਵੱਧ ਲਿਸ਼ਕਦੀ ਹੋਈ ਤਲਵਾਰ ਸੰਗਤਾਂ ਨੇ ਵੇਖੀ। ਅਤੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਵੀਰ ਰਸੀ ਦ੍ਰਿਸ਼ਟੀ ਨਾਲ ਤੱਕਿਆ ਅਤੇ ਬਚਨ ਕੀਤਾ, ਕੋਈ ਜਿਹਾ ਹੈ ਜਿਹੜਾ ਧਰਮ ਵਾਸਤੇ ਆਪਣਾ ਸੀਸ ਦੇਣਾ ਕਰੇ। ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਸਾਰੇ ਦੀਵਾਨ ਵਿੱਚ ਸਨਾਟਾ ਛਾ ਗਿਆ, ਨੀਵੀਆਂ ਪੈ ਗਈਆਂ, ਕੋਈ ਵੀ ਨਾ ਉੱਠਿਆ। ਫਿਰ ਦੂਜੀ ਵਾਰ ਸਤਿਗੁਰਾਂ ਕਿਹਾ, ਫਿਰ ਤੀਜੀ ਵਾਰ ਕਹਿਣ 'ਤੇ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਖੜ੍ਹੇ ਹੋਏ ਅਤੇ ਅੱਗੇ ਵੱਧ ਕੇ ਕਿਹਾ, ਪਾਤਸ਼ਾਹ ਮੇਰਾ ਸੀਸ ਹਾਜ਼ਰ ਹੈ ਜੀ। ਸਤਿਗੁਰਾਂ ਪੁੱਛਿਆ, ਪਹਿਲਾਂ ਤੂੰ ਇਹ ਦੱਸ ਕਿ ਤੈਨੂੰ ਘਰ ਵਿੱਚ ਕੋਈ ਤਕਲੀਫ ਤਾਂ ਨਹੀਂ? ਆਪਣੀ ਖੁਸ਼ੀ ਨਾਲ ਆਇਆ ਹੈ, ਸੀਸ ਹਾਜ਼ਰ ਕਰ ਰਿਹਾ ਹੈ? ਭਾਈ ਦਇਆ ਰਾਮ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਖੁਸ਼ੀ ਨਾਲ ਆਪਣਾ ਸੀਸ ਹਾਜ਼ਰ ਕਰ ਰਿਹਾ ਹਾਂ, ਤੁਹਾਡੀ ਕਿਰਪਾ ਕਰਕੇ। ਮਹਾਰਾਜ ਜੀ ਭਾਈ ਦਇਆ ਰਾਮ ਨੂੰ ਤੰਬੂ ਵਿੱਚ ਲੈ ਗਏ। ਇੱਥੋਂ ਤੱਕ ਕੋਈ ਦੱਸਿਆ ਇਤਿਹਾਸ ਵਿੱਚ ਕਿ ਮਹਾਰਾਜ ਦੀ ਪਵਿੱਤਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਸਤਿਗੁਰੂ ਸਾਹਿਬ ਜੀ ਨੇ ਭਾਈ ਦਇਆ ਰਾਮ ਜੀ ਦਾ ਸੀਸ ਕੱਟ ਦਿੱਤਾ, ਜਿਸ ਦਾ ਖੜਾਕ ਸੰਗਤਾਂ ਵਿੱਚ ਸੁਣਿਆ ਵੀ ਗਿਆ। ਜੋ ਇੱਕ ਸੂਈਆ ਔਰੰਗਜ਼ੇਬ ਦਾ ਵੀ ਮੰਨਿਆ ਗਿਆ ਹੈ। ਹੋਰ ਵੀ ਕੁਝ ਸਤਿਗੁਰਾਂ ਦੇ ਪ੍ਰੇਮੀਆਂ ਨੇ ਡਾਇਰੀਆਂ ਵਿੱਚ ਕਈ ਤਰ੍ਹਾਂ ਦੇ ਹਵਾਲੇ ਰੋਜ਼ ਦੇ ਲਿਖੇ ਹਨ। ਉਸ ਪ੍ਰਕਾਰ ਸਤਿਗੁਰੂ ਜੀ ਦਾ ਜਿਹੜਾ ਪ੍ਰੇਮੀ ਸਿੱਖ ਇੱਕ ਰੋਜ਼ ਦੀ ਡਾਇਰੀ ਲਿਖਦਾ ਸੀ, ਰੋਜ਼ਾਨਾ ਡਾਇਰੀ ਗੋਝ ਕਥਾ ਪੋਥੀ ਅਨੁਸਾਰ ਉਹ ਬਚਨ ਇਹ ਦੱਸਿਆ ਜਾ ਰਿਹਾ ਹੈ। ਅਤੇ ਜਿਹੜੇ ਕਈ ਲੋਕ ਕਹਿੰਦੇ ਜੀ ਬੱਕਰੇ ਵੱਢੇ, ਪਰ ਬੱਕਰਿਆਂ ਦੀ ਗੱਲ ਨਹੀਂ, ਇੱਥੋਂ ਤੱਕ ਸਾਡੀ ਸਮਝ ਨਹੀਂ। ਗੁਰੂ ਕੀ ਸਾਧ ਸੰਗਤ ਗੁਰਬਾਣੀ ਕਹਿੰਦੀ, ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਸਰਬ ਪਰਤ ਪਾਲੇ। ਇਸ ਕਰਕੇ ਸੰਖੇਪ ਵਿੱਚ ਬੇਨਤੀ ਹੈ ਕਿ ਸਤਿਗੁਰਾਂ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਅਤੇ ਫਿਰ ਆ ਕੇ ਦੂਜੇ ਸੀਸ ਦੀ ਮੰਗ ਕੀਤੀ। ਅਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਮਹਾਰਾਜ ਜੀ ਨੇ ਕਿਰਪਾ ਕੀਤੀ, ਸਿੱਖ ਨੂੰ ਉਦਮ ਬਖਸ਼ਿਆ। ਅਤੇ ਗੁਰੂ ਕੀ ਸਾਧ ਸੰਗਤ
ਉਸ ਵੇਲੇ ਭਾਈ ਧਰਮਦਾਸ ਜੀ ਅੱਗੇ ਹਾਜ਼ਰ ਹੋਏ। ਗੁਰੂ ਨੇ ਉਸੇ ਤਰ੍ਹਾਂ ਕਿਰਪਾ ਕਰਕੇ ਮਹਾਰਾਜ ਜੀ ਨੇ ਉਸ ਦਾ ਵੀ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤਰ੍ਹਾਂ ਕਈ ਹਵਾਲੇ ਹੋਰ ਮਿਲਦੇ ਹਨ ਕਿ ਵੇਖੋ, ਜੇ ਗੁਰੂ ਵਿੱਚ ਇੰਨੀ ਸ਼ਕਤੀ ਨਾ ਹੋਏ ਤਾਂ ਉਹਨਾਂ ਦਾ ਪੁੱਤਰ 7 ਸਾਲ ਦਾ 9 ਸਾਲ ਦਾ ਨੀਹਾਂ ਦੇ ਵਿੱਚ ਕਿਵੇਂ ਖਲੋ ਸਕਦੇ ਸਨ ਅਤੇ ਕੁਰਬਾਨੀ ਵਿੱਚ ਕਾਮਯਾਬ ਹੋਏ। ਉਹ ਉਹਨਾਂ ਦੀ ਸ਼ਕਤੀ ਕਰਕੇ, ਉਹਨਾਂ ਦੇ ਨਾਮ ਬਾਣੀ ਦੀ ਕਮਾਈ ਦਾ ਪ੍ਰਤਾਪ ਹੈ। ਗੁਰੂ ਕੀ ਸਾਧ ਸੰਗਤ, ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਜਿਸ ਵੇਲੇ ਦਿੱਲੀ ਵਿੱਚ ਪਹੁੰਚੇ ਤਾਂ ਸਿਕੰਦਰ ਲੋਧੀ ਦਾ ਹਾਥੀ ਮਰ ਗਿਆ। ਉਸ ਵੇਲੇ ਮਹਾਵਤ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਮੇਰਾ ਹਾਥੀ ਜਿੰਦਾ ਕਰ ਦਿਓ, ਮੈਂ ਗਰੀਬ ਆਦਮੀ ਹਾਂ, ਇਸ ਦੁਆਰਾ ਮੇਰੀ ਉਪਜੀਵਿਕਾ ਚੱਲਦੀ ਹੈ। ਸਤਿਗੁਰੂ ਜੀ ਨੇ ਉਸ ਦੀ ਨਿਰਮਾਣਤਾ ਵੇਖ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਕਾਜੀ ਨੇ ਆ ਕੇ ਤਰਕ ਮਾਰੀ ਕਿ ਤੁਹਾਡੇ ਵਿੱਚ ਸ਼ਕਤੀ ਹੈ ਤਾਂ ਹੁਣ ਮਾਰ ਕੇ ਵਿਖਾਓ। ਮਹਾਰਾਜ ਕਹਿਣ ਲੱਗੇ, ਭਾਈ ਜੇ ਅਕਾਲ ਪੁਰਖ ਨੂੰ ਭਾਉਂਦਾ ਹੋਵੇਗਾ ਭਾਵੇਗਾ ਤਾਂ ਫਿਰ ਮਰ ਜਾਵੇਗਾ, ਅਸੀਂ ਕੌਣ ਹਾਂ। ਇੰਨੀ ਗੱਲ ਕਹਿਣ 'ਤੇ ਹਾਥੀ ਫਿਰ ਮਰ ਗਿਆ। ਮਹਾਵਤ ਨੇ ਬੇਨਤੀ ਕੀਤੀ, ਮਹਾਰਾਜ ਕਾਜੀ ਨੇ ਤਾਂ ਪਰਖ ਕਰ ਲਈ ਅਤੇ ਮੈਂ ਗਰੀਬ ਵਿੱਚੇ ਮਾਰਿਆ ਗਿਆ, ਮੇਰੇ 'ਤੇ ਤਰਸ ਕਰੋ। ਫਿਰ ਸਤਿਗੁਰਾਂ ਨੇ ਉਹਦੀ ਬੇਨਤੀ ਸੁਣ ਕੇ ਦੋਹਰੀ ਵਾਰ ਉਹਨੂੰ ਜਿੰਦਾ ਕਰ ਦਿੱਤਾ। ਸੋ ਇਹ ਗੁਰੂ ਦੀ ਤਾਕਤ ਹੈ, ਕਿਉਂਕਿ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰ ਧਿਆਨ ਮਿਲਾਇਆ। ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋਂਦਵਾਲ ਸਾਹਿਬ ਵਿਖੇ ਜਦੋਂ ਇੱਕ ਮਾਈ ਦਾ ਲੜਕਾ ਤੇਈਏ ਤਾਪ ਨਾਲ ਮਰ ਗਿਆ ਸੀ ਤਾਂ ਉਸ ਵੇਲੇ ਉਹਨਾਂ ਤੀਜੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉਸ ਮਾਈ ਦੇ ਲੜਕੇ ਨੂੰ ਜਿੰਦਾ ਕੀਤਾ ਅਤੇ ਕਿਹਾ, ਜਦੋਂ ਤੱਕ ਅਸੀਂ ਗੋਂਦਵਾਲ ਸਾਹਿਬ ਵਿੱਚ ਸਰੀਰ ਕਰਕੇ ਰਹਾਂਗੇ ਕੋਈ ਵੀ ਨਹੀਂ ਮਰੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਪਿੱਛੋਂ ਜਦ ਤੱਕ ਸਤਿਗੁਰੂ ਜੀ ਗੁਰਤਾ ਗੱਦੀ ਕੀਤੀ, ਮਨੁੱਖਤਾ ਕੀ, ਕੋਈ ਪਸ਼ੂ ਪੰਛੀ ਵੀ ਨਹੀਂ ਮਰਿਆ ਸੀ। ਮੰਨਿਆ ਜਾਂਦਾ ਕਿ ਉਸ ਵੇਲੇ ਬਾਹਰੋਂ ਕਈ ਆ ਕੇ ਸ੍ਰੀ ਗੋਂਦਵਾਲ ਸਾਹਿਬ ਵਿੱਚ ਆਪਣਾ ਨਿਵਾਸ ਕਰਨ ਲੱਗੇ। ਇਸ ਕਾਰਨ ਇਸ ਤੋਂ ਇਲਾਵਾ ਅੱਗੇ ਹਵਾਲਾ ਹੈ, 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਭਾਈ ਸੰਮਣ ਜੀ ਦੇ ਸਪੁੱਤਰ ਮੂਸਣ ਜੀ ਨੂੰ ਜਿੰਦਾ ਕੀਤਾ ਸੀ। 6ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਅਟਲ ਰਾਏ ਜੀ ਨੇ ਅੰਮ੍ਰਿਤਸਰ ਵਿਖੇ ਖੂੰਡੀ ਨਾਲ ਆਪਣੇ ਸਾਥੀ ਮੋਹਨ ਨੂੰ ਜਿੰਦਾ ਕੀਤਾ ਸੀ। 6ਵੇਂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਿਖੇ ਮਰੀ ਗਊ ਜੀਂਦੀ ਕੀਤੀ ਸੀ। ਸਾਧ ਸੰਗਤ ਜੀ, ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਆਤਮਿਕ ਸ਼ਕਤੀ ਨਾਲ 5 ਪਿਆਰਿਆਂ ਨੂੰ ਉਹਨਾਂ ਦੇ ਸੀਸ ਧੜ ਤੋਂ ਵੱਖ ਕਰਕੇ ਫਿਰ ਸਰਜੀਤ ਕੀਤਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਕੀ ਸਾਧ ਸੰਗਤ, ਜਦੋਂ ਇਹ 2 ਸਿੱਖ ਇਸੇ ਤਰ੍ਹਾਂ ਹਾਜ਼ਰ ਹੋਏ ਅਤੇ ਫਿਰ ਸਤਿਗੁਰਾਂ ਨੇ ਤੀਜੀ ਵਾਰ ਆ ਕੇ ਫਿਰ ਮੰਗ ਕੀਤੀ ਅਤੇ ਭਾਈ ਹਿੰਮਤਦਾਸ ਜੀ ਨੇ ਸੀਸ ਭੇਟ ਕੀਤਾ। ਫਿਰ ਚੌਥੀ ਵਾਰ ਮੰਗ ਹੋਣ 'ਤੇ ਭਾਈ ਮੋਹਕਮਦਾਸ ਜੀ ਉੱਠ ਕੇ ਅੱਗੇ ਵਧੇ। ਸਤਿਗੁਰੂ ਸਾਹਿਬ ਜੀ ਇਸ ਨੂੰ ਹੀ ਤੰਬੂ ਵਿੱਚ ਲੈ ਗਏ ਅਤੇ ਇਸ ਦਾ ਸੀਸ ਵੀ ਧੜ ਨਾਲੋਂ ਵੱਖਰਾ ਕਰ ਦਿੱਤਾ ਜਿਵੇਂ ਪਹਿਲਿਆਂ ਨਾਲ ਹੋਈ। ਅਤੇ ਫਿਰ ਆ ਕੇ 5ਵੀਂ ਵਾਰ ਸਿਰ ਦੀ ਮੰਗ ਕੀਤੀ ਅਤੇ ਭਾਈ ਸਾਹਿਬ ਸਿੰਘ ਜੀ, ਭਾਈ ਸਾਹਿਬਦਾਸ ਜੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਅਰਪਣ ਕੀਤਾ। ਅਤੇ ਸਤਿਗੁਰੂ ਜੀ ਨੇ ਫਿਰ ਉਹੋ ਹੀ ਇਸ ਦੇ ਨਾਲ ਵਰਤਾਓ ਕੀਤਾ ਆਪਣੀ ਆਤਮਿਕ ਸ਼ਕਤੀ ਨਾਲ। ਫਿਰ 5 ਨੂੰ ਸਰਜੀਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ 5 ਨੂੰ ਛਕਾ ਕੇ ਖਾਲਸਾ ਨਾਮ ਦਿੱਤਾ। ਇਸ ਦਿਨ 'ਤੇ ਉਹ ਖਾਲਸਾ ਪ੍ਰਗਟ ਹੋਇਆ ਹੈ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਪ੍ਰਕਾਰ 5 ਪਿਆਰੇ ਜਿਹੜੇ ਹਨ, ਇਹਨਾਂ ਵਿੱਚੋਂ ਪਿਆਰੇ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਖਾਲਸੇ ਵਿੱਚ ਦਇਆ ਆਈ। ਪਿਆਰੇ ਧਰਮ ਸਿੰਘ ਜੀ ਦੇ ਸੀਸ ਦੇਣ ਤੋਂ ਧਰਮ ਵਿੱਚ ਪ੍ਰਪੱਕ ਰਹਿਣ ਦਾ ਗੁਣ ਆਇਆ। ਪਿਆਰੇ ਹਿੰਮਤ ਸਿੰਘ ਜੀ ਤੋਂ ਅੰਮ੍ਰਿਤ ਵੇਲੇ ਉੱਠਣ, ਨਾਮ ਜਪਣ, ਜ਼ੁਲਮ ਅਤੇ ਵਿਕਾਰਾਂ ਦੇ ਵਿਰੁੱਧ ਲੜਨ ਦੀ ਹਿੰਮਤ ਪ੍ਰਵੇਸ਼ ਹੋਈ। ਅਤੇ ਪਿਆਰੇ ਮੋਹਕਮ ਸਿੰਘ ਜੀ, ਇਹਨਾਂ ਤੋਂ ਟਿਕਾਅ ਵਿੱਚ ਰਹਿਣ ਦਾ, ਸਥਿਤੀ ਵਿੱਚ ਰਹਿਣ ਦਾ
ਇਹ ਗੁਣ ਪੈਦਾ ਹੋਇਆ ਖਾਲਸੇ ਦੇ ਵਿੱਚ। ਅਤੇ ਪੰਜਵੇਂ ਪਿਆਰੇ ਭਾਈ ਸਾਹਿਬ ਦਾਸ ਜੀ ਜਿਹੜੇ ਸਨ ਸਾਹਿਬ ਸਿੰਘ ਬਣੇ। ਸਾਹਿਬ ਸਿੰਘ ਜੀ ਤੋਂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿ ਸਾਹਿਬ ਦੇ ਨਾਲ ਜੁੜਿਆ ਜਾ ਸਕਦਾ ਹੈ। ਜੇ ਉਹ ਸਾਰਿਆਂ ਦਾ ਮਾਲਕ ਹੈ ਉਹਦੇ ਨਾਲ ਜੁੜ ਜਾਈਦਾ ਹੈ। ਜੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋਇਆ ਜਾਵੇ ਅਤੇ ਗੁਰੂ ਕਿਰਪਾ ਕਰਨ। ਗੁਰੂ ਕੀ ਸਾਧ ਸੰਗਤ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਹਜ਼ੂਰ ਨੇ ਕਿਹਾ, ਜਿਸ ਤਰ੍ਹਾਂ ਤੁਹਾਨੂੰ ਅੰਮ੍ਰਿਤ ਛਕਾਇਆ ਇਸੇ ਤਰ੍ਹਾਂ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਭਾਵੇਂ ਸਿੱਖਾਂ ਨੇ ਕਿਹਾ ਮਹਾਰਾਜ ਅੱਜ ਤੱਕ ਇਹ ਕਦੀ ਕੋਈ ਬਚਨ ਸੁਣਿਆ ਨਹੀਂ ਕਿ ਸਿੱਖ ਜਿਹੜਾ ਆਪਣੇ ਗੁਰੂ ਨੂੰ ਗੁਰੂ ਬਣਾ ਸਕੇ, ਸਿੱਖ ਬਣਾ ਸਕੇ। ਗੁਰੂ ਅਤੇ ਸਿੱਖਾਂ ਨੂੰ ਸਿੱਖ ਬਣਾਉਂਦਾ ਹੈ, ਪਰ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੂੰ ਇੰਨਾ ਬਲ ਬਖਸ਼ਣਾ ਕੀਤਾ, ਮਾਣ ਤਾਣ ਬਖਸ਼ਿਆ। ਤਾਂ ਹੀ ਕਿਹਾ ਜਾਂਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਫਿਰ ਉਸੇ ਤਰ੍ਹਾਂ ਜਿਵੇਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਪੰਜਾਂ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕਿਆ ਗੁਰੂ ਕੀ ਸਾਧ ਸੰਗਤ। ਇਸ ਕਰਕੇ ਅੰਮ੍ਰਿਤ ਛਕ ਲਿਆ ਜਦੋਂ। ਅਤੇ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਕਿਉਂਕਿ ਸਤਿਗੁਰੂ ਨੇ ਪਹਿਲਾਂ ਕਿਹਾ ਸੀ ਭਾਈ ਗੁਰਮੁਖੋ ਜੋ ਕੁਝ ਮੰਗਣਾ ਹੈ ਮੰਗ ਲਓ। ਅੱਜ ਗੁਰੂ ਨਾਨਕ ਦੇ ਘਰੋਂ ਤੁਹਾਡੇ ਵਾਸਤੇ ਭੰਡਾਰੇ ਖੁੱਲ੍ਹੇ ਹਨ। ਅਤੇ ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਆਪ ਜੀ ਨੇ ਹਰ ਵਕਤ ਦਰਸ਼ਨ ਬਖਸ਼ਣੇ, ਹਰ ਸਮੇਂ ਅੰਗ ਸੰਗ ਸਹਾਈ ਰਹਿਣਾ ਅਤੇ ਸਦਾ ਹੀ ਸਨਮੁਖ ਬਣਾਈ ਰੱਖਣਾ ਆਪਣੇ। ਕਦੀ ਵੀ ਤੁਹਾਡੇ ਜਿਹੜੇ ਦਰ ਤੋਂ ਪਿੱਛੇ ਨਾ ਹੋਈਏ। ਤਾਂ ਉਸ ਸਮੇਂ ਹਜ਼ੂਰ ਨੇ ਇਉਂ ਬਚਨ ਕੀਤੇ, ਭਾਈ ਜੋ ਹਮਰੀ ਫੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨਿਤ ਉਠ ਭਾਖੈ। ਮੈਂ ਤਾਂ ਕੇ ਸਦ ਰਾਹੋਂ ਸਹਾਇਕ, ਤੂਖ ਬਿਗਨ ਸਗਲੇ ਤਿਨ ਘਾਇਕ। ਭਾਵ ਜਿਹੜਾ ਸਾਡੀ ਰਹਿਤ ਨੂੰ ਪੱਕੀ ਰੱਖੇਗਾ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਉੱਠ ਕੇ ਅੰਮ੍ਰਿਤ ਵੇਲੇ ਸ਼ੌਚ ਇਸ਼ਨਾਨ ਕਰਕੇ ਗੁਰਬਾਣੀ ਨੂੰ ਗਾਵੇਗਾ ਪੜ੍ਹੇਗਾ, ਅਤੇ ਉਹਨਾਂ ਦੇ ਅਸੀਂ ਸਦਾ ਹੀ ਅੰਗ ਸੰਗ ਰਵਾਂਗੇ ਅਤੇ ਉਹਨਾਂ ਦੇ ਸਾਰੇ ਦੁੱਖ ਜਿਹੜੇ ਹਨ ਨਾਸ ਹੋਣਗੇ। ਇਸ ਪ੍ਰਕਾਰ ਸਾਰੀ ਸਿੱਖਿਆ ਸੁਣਾਈ। ਅਤੇ ਚੌਹਾਂ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਸਤਿਗੁਰੂ ਜੀ ਦੇ ਮਹਿਲਾਂ ਮਾਤਾਵਾਂ ਨੇ ਅੰਮ੍ਰਿਤ ਛਕਿਆ। ਅਤੇ ਫਿਰ ਇੱਥੋਂ ਤੱਕ ਕਿਹਾ ਜਾਂਦਾ ਉਸ ਦਿਨ 20,000 ਨੂੰ ਸੰਗਤ ਵਿੱਚੋਂ ਅੰਮ੍ਰਿਤ ਪਾਨ ਕਰਵਾਇਆ ਗਿਆ। ਅਤੇ ਊਚ ਨੀਚ ਦਾ ਭਰਮ ਮਿਟਾ ਕੇ ਸਤਿਗੁਰਾਂ ਕਿਹਾ ਜੋ ਰਹਿਣੀ ਬਹਿਣੀ ਰੱਖੇਗਾ ਇਹਨਾਂ ਬਚਨਾਂ 'ਤੇ ਚੱਲੇਗਾ ਅਤੇ ਉਹ ਖਾਲਸਾ ਹੈ ਗੁਰੂ ਕਾ ਪਰਮੇਸ਼ਰ ਦਾ। ਤਾਂ ਉਸ ਦਿਨ 'ਤੇ ਬਚਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮਹਾਰਾਜ ਨੇ ਰਹਿਣੀ ਬਹਿਣੀ ਦੱਸੀ ਸਿੱਖਾਂ ਨੂੰ। ਗੁਰੂ ਕੀ ਸਾਧ ਸੰਗਤ ਜਿਹੜਾ ਸਤਿਗੁਰਾਂ ਦੇ ਪਰਿਵਾਰ ਬਾਰੇ ਅੰਮ੍ਰਿਤ ਦਾ ਜ਼ਿਕਰ ਆਇਆ ਹੈ, ਸਤਿਗੁਰਾਂ ਦੇ ਮਹਿਲਾਂ ਅਤੇ ਸਾਹਿਬਜ਼ਾਦਿਆਂ ਦੇ ਅੰਮ੍ਰਿਤ ਛਕਣ ਦਾ ਪੱਕਾ ਸਬੂਤ ਉਦੋਂ ਵੀ ਮਿਲਿਆ ਸੀ ਜਦੋਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਅਤੇ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਵਾਸਤੇ ਨੀਹਾਂ ਪੁਟਾਈਆਂ ਸਨ। ਅਤੇ ਉਸ ਵੇਲੇ ਨੀਹਾਂ ਪੁੱਟਦਿਆਂ ਤਾਂਬੇ ਦੇ ਪੱਥਰਾਂ 'ਤੇ ਲਿਖਿਆ ਮਿਲਿਆ ਸੀ ਕਿ ਸਤਿਗੁਰਾਂ ਦੇ ਮਹਿਲਾਂ ਅਤੇ ਸਾਹਿਬਜ਼ਾਦਿਆਂ ਨੇ ਵੀ ਅੰਮ੍ਰਿਤ ਛਕਿਆ ਹੈ। ਗਿਆਨੀ ਚੰਦਾ ਸਿੰਘ ਜੀ ਫਿਰੋਜ਼ਪੁਰੀ ਨੇ 1790 ਈਸਵੀ ਵਿੱਚ ਜੋ ਸਤਿਗੁਰਾਂ ਦੀ ਤਾਰੀਖ ਲਿਖੀ ਹੈ, ਉਸ ਵਿੱਚ ਵੀ ਮਾਤਾ ਗੁਜਰੀ ਜੀ ਦਾ, ਸਤਿਗੁਰਾਂ ਦੇ ਮਹਿਲਾਂ ਦਾ, ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ ਲਿਖਿਆ ਹੈ। ਸੋ ਵਿਸਾਖੀ ਦਾ ਦਿਹਾੜਾ ਸਿੱਖ ਕੌਮ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਵਿੱਚ ਇਸ ਦਿਹਾੜੇ ਦਾ ਸੰਬੰਧ ਚੱਲਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦਿਨ ਕੌਤਕ ਕੀਤੇ ਹਨ। ਫਿਰ ਗੁਰੂ ਅੰਗਦ ਸਾਹਿਬ ਜੀ 'ਤੇ ਵੀ ਕਿਰਪਾ ਹੋਈ। ਫਿਰ ਤੀਜੇ ਪਾਤਸ਼ਾਹ ਦਾ ਸਮਾਂ ਆਇਆ 1557 ਈਸਵੀ ਦੀ ਵਿਸਾਖੀ ਨੂੰ ਤੀਜੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਸ੍ਰੀ ਗੋਂਦਵਾਲ ਸਾਹਿਬ ਵਿਖੇ ਬੌਲੀ ਤਿਆਰ ਕਰਕੇ ਚੱਠ ਕੀਤੀ ਅਤੇ ਭਾਈ ਪਾਰੋ ਜੀ ਦੇ ਬੇਨਤੀ ਕਰਨ 'ਤੇ ਵਿਸਾਖੀ ਦਾ ਜੋੜ ਮੇਲਾ ਆਰੰਭ ਕੀਤਾ। ਅਤੇ ਕੁਝ ਵਿਦਵਾਨਾਂ ਨੇ 1560 ਵੀ ਵੇਰਵਾ ਲਿਖਿਆ ਹੈ, ਰਹੋ ਵਿਚਾਰ।
ਤੇ ਇਸ ਦਿਨ ਗੁਰੂ ਸਾਹਿਬ ਜੋੜ ਮੇਲੇ 'ਤੇ ਇਕੱਤਰ ਹੋਈਆਂ ਸੰਗਤਾਂ ਨੂੰ ਉਪਦੇਸ਼ ਬਖਸ਼ਦੇ ਹਨ। ਤੇ ਉਸ ਵੇਲੇ ਸਮੇਂ ਤੋਂ ਇਹ ਵਿਸਾਖੀ ਦਾ ਦਿਹਾੜਾ ਗੁਰੂ ਘਰ ਵਿੱਚ ਪ੍ਰਚਲਿਤ ਹੋਇਆ ਹੈ। 1556 ਈਸਵੀ ਦੀ ਵਿਸਾਖੀ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਦੀ ਮਹਿਮਾ ਬੀਬੀ ਰਜਨੀ ਰਾਜ ਕੌਰ ਦੁਆਰਾ ਉਸ ਦੇ ਪਤੀ ਦਾ ਕੋਹੜ ਮਿਟਣ ਤੋਂ ਪ੍ਰਗਟ ਕੀਤੀ। ਉਸ ਦਿਨ ਤੋਂ ਇਹ ਕੌਤਕ ਜਿਹੜਾ ਵਰਤਿਆ। 1664 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਾਬਾ ਬਕਾਲਾ ਵਿਖੇ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਕੀਤਾ ਅਤੇ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੇ 6ਵੇਂ ਸਥਾਨ 'ਤੇ ਸਨ, ਗੁਰਤਾ ਗੱਦੀ ਦਾ ਉਹਨਾਂ ਤਿਲਕ ਦਿੱਤਾ। ਇਹ ਟਕਸਾਲ ਦੀਆਂ ਪੋਥੀਆਂ ਅਨੁਸਾਰ ਵਾਲੇ ਹਨ। ਦਮਦਮੀ ਟਕਸਾਲ ਵਿੱਚੋਂ 1676 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਅਤੇ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਜੀ ਦੀ ਅੰਸ ਵਿੱਚੋਂ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਉਹਨਾਂ ਤਿਲਕ ਲਾਇਆ, ਭਾਈ ਰਾਮ ਕੌਰ ਜੀ ਨੇ। ਫਿਰ 1699 ਦੀ ਵਿਸਾਖੀ ਈਸਵੀ ਨੂੰ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ, ਜੋ ਅੱਜ ਦਾ ਦਿਹਾੜਾ ਇਸ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਇਸ ਕਰਕੇ ਵਿਸਾਖੀ ਦਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਰੱਖਦਾ ਹੈ। 1706 ਈਸਵੀ ਦੀ ਵਿਸਾਖੀ ਸਾਬੂ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨਾਈ। ਬੜਾ ਭਾਰੀ ਇਕੱਠ ਹੋਇਆ। 1,20,000 ਪ੍ਰਾਣੀਆਂ ਨੇ ਉਸ ਵੇਲੇ ਅੰਮ੍ਰਿਤ ਛਕਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। 1714 ਈਸਵੀ ਦੀ ਵਿਸਾਖੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੱਖ ਕੌਮ ਦਾ ਭਾਰੀ ਇਕੱਠ ਕੀਤਾ। ਸਿੱਖ ਕੌਮ ਦੇ ਭਗਤ ਸੰਬੰਧੀ ਵਿਚਾਰਾਂ 'ਤੇ ਗੁਰਮਤੇ ਕੀਤੇ। 13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਜਿਸ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਦੇ ਉਹਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਅਤੇ 1977 ਈਸਵੀ ਦੀ ਵਿਸਾਖੀ ਨਕਲੀ ਨਿਰੰਕਾਰੀਆਂ ਨੂੰ ਗੁਰੂ ਘਰ ਦੀ ਨਿੰਦਾ ਕਰਨ 'ਤੇ ਰੋਕਦਿਆਂ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਇਹ ਦਿਹਾੜਾ ਜਿਹੜਾ ਹੈ ਸਿੱਖ ਜਗਤ ਵਿੱਚ ਕਹਿ ਲਈਏ ਸਮੂਹ ਸ੍ਰਿਸ਼ਟੀ ਦੇ ਸਾਰੇ ਪ੍ਰਪੰਚ ਦੇ ਵਿੱਚ ਹੀ ਰਚਨਾ ਦੇ ਵਿੱਚ ਹੀ ਗੁਰੂ ਨਾਲ ਪ੍ਰੇਮ ਰੱਖਣ ਵਾਲੀਆਂ ਸੰਗਤਾਂ ਮਨਾਉਂਦੀਆਂ ਹਨ। ਸੋ ਇਸ ਪ੍ਰਕਾਰ ਇਸ ਤੋਂ ਹੁਣ ਅੱਗੇ ਵਿਚਾਰ ਇਹ ਚੱਲਦੀ ਹੈ ਕਿ ਜੋ ਤੁਖਾਰੀ ਰਾਗ 12ਵਾਂ ਜਿਹੜਾ ਹੈ, ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਉਹ ਗੁਰੂ ਪ੍ਰੇਮੀਆਂ ਦੇ ਹੁਕਮ ਅਨੁਸਾਰ ਜਿਹਦੀ ਵਿਚਾਰ ਚੱਲਦੀ ਹੈ। ਅਤੇ ਭਾਈ ਆਓ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਭਲਾ ਸਾਖਾ ਵੇਸ ਕਰੇ। ਵਾਹ ਅਰਥ ਪ੍ਰਸਿੱਧ ਹੈ। ਭਾਵ वैसाख द्वारा कहते हैं, विसाख द्वारा गुरु नानक पातशाह जी कृपा करते हैं कि भाई वो पुरुष भला है, ईत पत वाला है, जो वेदां दियां साखां अर्थात सिमरतियां शास्त्र सिमरतियां हैं, उन्हां दे अनुसार जो वेश भेख धारण करता है। भाव जिवें पुरातन समय विच मर्यादा सी, ਅੱਜ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਾਸ਼ਕ ਹੈ। ਪੁਰਾਤਨ ਸਮੇਂ ਦੀ ਮਰਜ਼ਾਦਾ ਵੀ ਜਦੋਂ ਕੋਈ ਵੇਦਾਂ ਨੂੰ ਪੜ੍ਹਦਾ ਸੀ ਅਤੇ ਹਰ ਵੇਦ ਨੂੰ ਪੜ੍ਹਨ ਦੀ ਮਰਜ਼ਾਦਾ ਸੀ ਕਿ ਕਿਹੜਾ ਭੇਸ ਧਾਰਨ ਕਰਕੇ ਉਸ ਨੂੰ ਪੜ੍ਹਨਾ ਹੈ, ਕਿਵੇਂ ਉਹਦਾ ਉਚਾਰਨ ਕਰਨਾ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਇੱਥੇ ਉਦਾਹਰਣ ਦਿੱਤੀ ਹੈ ਕਿ ਭਾਈ ਮਰਜ਼ਾਦਾ ਅਨੁਸਾਰ ਜੋ ਮਰਜ਼ਾਦਾ ਹੁੰਦੀ ਹੈ ਉਹਦੇ ਅਨੁਸਾਰ ਜੋ
ਸ਼ੁਭ ਕਰਮ ਕਰਦਾ ਹੈ, ਪਰਮੇਸ਼ਰ ਨੂੰ ਯਾਦ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ ਅਤੇ ਉਹਦਾ ਕਰਮ ਜਿਹੜਾ ਸਫਲਾ ਹੁੰਦਾ ਹੈ, ਉਹਦੇ ਵਾਸਤੇ ਸਮਾਂ ਭਲਾ ਹੈ। ਅਤੇ ਐਸੇ ਸਮੇਂ ਨੂੰ ਜੇ ਭਲਾ ਕਿਹਾ ਹੈ ਅਤੇ ਉਸ ਵੇਲੇ ਜਿਹੜੀ ਪਤੀ ਵਰਤਾ ਇਸਤਰੀ ਹੈ, ਜਿਹਦਾ ਪਤੀ ਘਰ ਨਾ ਹੋਵੇ, ਉਹਦਾ ਵਿਛੋੜਾ ਨਹੀਂ ਚੱਲ ਸਕਦੀ, ਵਿਰਾਗ ਦੇ ਵਿੱਚ ਉਹਨੂੰ ਯਾਦ ਕਰਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਗੁਰੂ ਤੋਂ ਵਿਛੜਨਾ ਨਹੀਂ ਚਾਹੁੰਦੇ ਅਤੇ ਪਰਮੇਸ਼ਰ ਨੂੰ ਹਰ ਵੇਲੇ ਪ੍ਰਗਟ ਚਾਹੁੰਦੇ ਹਨ, ਪਰਮੇਸ਼ਰ ਅੱਗੇ ਮਿਲਾਪ ਲਈ ਬੇਨਤੀਆਂ ਕਰਦੇ ਹਨ। ਇਹ ਅੰਤਰੀ ਭਾਵ ਇਸ ਪ੍ਰਕਾਰ ਅੱਗੇ ਚੱਲਦਾ ਹੈ। ਧਨ ਦੇਖੇ ਹਰ ਦੁਆਰ ਆਓ ਦਇਆ ਕਰੇ, ਹੇ ਹਰੀ ਮੈਂ ਇਸਤਰੀ ਤੇਰੇ ਦੁਆਰੇ ਅਰਥਾਤ ਸਤਸੰਗ ਮੈਂ ਸਥਿਤ ਹੋਈ ਵੇਖਦੀ ਹਾਂ, ਕਿਰਪਾ ਕਰਕੇ ਮੇਰੇ ਘਰ ਹਿਰਦੇ ਮੈਂ ਆ ਕਰਕੇ ਤੂੰ ਪ੍ਰਾਪਤ ਹੋ। ਕਿਉਂਕਿ ਜਿੰਨਾ ਚਿਰ ਤੂੰ ਹਿਰਦੇ ਵਿੱਚ ਆ ਕੇ ਆਪਣਾ ਆਸਣ ਨਹੀਂ ਲਾਉਂਦਾ, ਪ੍ਰਗਟ ਦਰਸ਼ਨ ਨਹੀਂ ਦਿੰਦਾ, ਉਹਨਾਂ ਚਿਰ ਮੈਨੂੰ ਤ੍ਰਿਪਤੀ ਨਹੀਂ ਆਉਂਦੀ, ਖੁਸ਼ੀ ਪ੍ਰਾਪਤ ਨਹੀਂ ਹੁੰਦੀ, ਵਿਛੋੜੇ ਦਾ ਦੁੱਖ ਦੂਰ ਨਹੀਂ ਹੁੰਦਾ। ਕਿਰਪਾ ਕਰ ਆ ਕੇ ਸਾਡੇ 'ਤੇ ਰਹਿਮਤ ਕਰਕੇ ਪ੍ਰਗਟ ਹੋ ਕੇ ਸਾਡੇ ਹਿਰਦੇ ਵਿੱਚ ਵਸਣਾ ਕਰ। ਕਰ ਆਓ ਪਿਆਰੇ ਦੁਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਇਹ ਪਿਆਰੇ ਮੇਰੇ ਹਿਰਦੇ ਘਰ ਵਿੱਚ ਆ। ਜੇ ਕਹੇਂ ਕਿ ਆਉਣ ਦੇ ਨਾਲ ਕੀ ਹੋਏਗਾ ਜੇ ਮੈਂ ਤੇਰੇ ਹਿਰਦੇ ਵਿੱਚ ਆਵਾਂ, ਪਰਮੇਸ਼ਰ ਸਵਾਲ ਕਰੇ, ਪੁੱਛੇ ਉਹਨੂੰ ਪਰਖ ਕਰਨ ਵਾਸਤੇ ਜੀਵ ਨੂੰ, ਅਤੇ ਫਿਰ ਮਹਾਰਾਜ ਕਹਿੰਦੇ ਜੀਵ ਇਵੇਂ ਬੇਨਤੀ ਕਰਦਾ। ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਦੇ ਹਨ ਕਿ ਉਹਦੇ ਅੱਗੇ ਇਵੇਂ ਬੇਨਤੀ ਕਰੀਏ ਕਿ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰ ਦੇ ਵਿੱਚ ਮਹਾਰਾਜ ਤੂੰ ਆਇਆ ਹੈ, ਸੋ ਸੰਸਾਰ ਰੂਪ ਕਠਿਨ ਸਮੁੰਦਰ ਸੋ ਜਿਹੜਾ ਹੈ ਉਹਨੂੰ ਤਰਨਾ ਸੌਖਾ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਆ ਕੇ ਵਸਿਆ, ਉਹਨੇ ਸੌਖਾ ਇਹਨਾਂ ਭਵ ਸਾਗਰ ਤੋਂ ਪਾਰ ਹੋਣਾ ਕੀਤਾ ਹੈ। ਤੇਰੇ ਬਿਨਾਂ ਇਸ ਪ੍ਰਕਾਰ ਮੇਰਾ ਵੀ ਕੌਡੀ ਮੁੱਲ ਨਹੀਂ ਹੈ ਜੇ ਤੂੰ ਕਿਰਪਾ ਨਾ ਕਰੇ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਜੇ ਮੈਂ ਤੇਰੇ ਕੋਲ ਭਾਵ, ਜੇ ਮੈਂ ਤੈਨੂੰ ਭਾ ਜਾਵਾਂ, ਤੈਨੂੰ ਚੰਗਾ ਲੱਗਾ, ਜਾਂ ਮੈਂ ਜੋ ਵੀ ਕੰਮ ਕਰਨ ਦਾ ਯਤਨ ਕਰਦਾ ਹਾਂ ਤੈਨੂੰ ਮਨਜ਼ੂਰ ਹੋ ਜਾਵੇ, ਭਾਵ ਤੇਰੇ ਦਰ 'ਤੇ ਮੈਂ ਪ੍ਰਾਪਤ ਹੋ ਜਾਵਾਂ, ਤੂੰ ਮੇਰੇ 'ਤੇ ਰਹਿਮਤ ਕਰੇ, ਮੈਨੂੰ ਮਨਜ਼ੂਰ ਕਰ ਲਵੇਂ, ਆਪਣੇ ਦਰ ਦੇ ਵਿੱਚ ਆਪਣਾ ਬਣਾ ਲਵੇਂ, ਅਤੇ ਮੇਰੀ ਕੀਮਤ ਕੌਣ ਕਰ ਸਕਦਾ ਹੈ, ਕੌਣ ਮੇਰਾ ਮੁੱਲ ਗਿਣ ਸਕੇਗਾ। ਭਾਵ ਫਿਰ ਮੈਂ ਅਮੁੱਲਾ ਜੀਵਨ ਪ੍ਰਾਪਤ ਕਰ ਲਵਾਂਗਾ ਜੇ ਤੂੰ ਮੈਨੂੰ ਆਪਣੇ ਘਰ ਦਾ ਸੇਵਕ ਬਣਾ ਲਵੇਂ। ਕਿਉਂਕਿ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਇਸ ਕਰਕੇ ਮਹਾਰਾਜ ਜੇ ਤੂੰ ਮੇਰੇ ਵੱਲ ਨਹੀਂ ਤੇ ਮੇਰਾ ਕੌਡੀ ਮੁੱਲ ਨਹੀਂ, ਸਾਰੇ ਮੇਰੇ ਤੋਂ ਪਿੱਛੇ ਹਨ, ਅਤੇ ਜੇ ਤੇਰੀ ਨਿਗਾਹ ਸਵੱਲੀ ਹੋਵੇ ਤਾਂ ਸਾਰੇ ਮੇਰੇ ਨਾਲ ਹਨ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਇਸ ਕਰਕੇ ਜੋ ਤੇਰੀ ਹੀ ਕਿਰਪਾ ਦੇ ਨਾਲ ਜੋ ਕੁਝ ਹੁੰਦਾ ਹੈ, ਅਤੇ ਹੁਣ ਜੇ ਤੂੰ ਕਹੇ ਕਿ ਮੇਰਾ ਪ੍ਰਾਪਤ ਹੋਣਾ ਕੀ ਹੈ ਤੁਹਾਡੇ ਨਿਗਾਹ ਦੇ ਵਿੱਚ, ਅਤੇ ਫਿਰ ਉਹ ਜੀਵ ਸਿੱਖ ਜਿਹੜਾ ਹੈ ਉਹ ਕਹਿੰਦਾ ਮਹਾਰਾਜ ਭਾਵੇਂ ਤੂੰ ਸਾਡੇ ਅੰਦਰ ਹੀ ਵੱਸਦਾ ਹੈ, ਕੋਲ ਹੀ ਹੈ, ਦੂਰ ਨਹੀਂ। ਪਰ ਕਹਿੰਦੇ ਹਨ ਕਿ ਪਿਆਰੇ ਪਰਮੇਸ਼ਰ ਜਦ ਤੂੰ ਅੰਦਰ ਵੀ ਹੈ, ਤੇਰਾ ਸਰੂਪ ਤਾਂ ਵੇਖੀਦਾ ਹੈ, ਜੇਕਰ ਤੂੰ ਗਿਆਨ ਦ੍ਰਿਸ਼ਟੀ ਕਰਕੇ ਸਾਨੂੰ ਵਿਖਾਵੇਂ ਤਾਂ ਇਸ ਕਰਕੇ ਇਹ ਕਿਰਪਾ ਕਰ। ਹੁਣ ਕਿਸੇ ਦੇ ਅੰਦਰ ਚੀਜ਼ ਪਈ ਹੋਵੇ ਜੇ ਉੱਥੇ ਚਾਨਣ ਨਾ ਹੋਵੇਗਾ ਤੁਹਾਨੂੰ ਲੱਭੇਗਾ ਕਿਵੇਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸਤ ਲੈ ਨਾ ਚੂਕੇ ਫੇਰਾ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਹੀਂ, ਗੁਰ ਪੂਰੇ ਭਾਗ ਮਿਲਾਵਣਿਆ। ਪਦਾਰਥ ਅੰਦਰ ਪਿਆ ਹੈ, ਜਿੰਨਾ ਚਿਰ ਉਹ ਚਾਨਣ ਨਾ ਹੋਵੇਗਾ ਹਨੇਰੇ ਲੱਭਦਾ ਨਹੀਂ। ਅਤੇ ਗੁਰੂ ਕਿਰਪਾ ਕਰਦਾ ਹੈ, ਉਹ ਸ਼ਬਦ ਦੀ ਕੁੰਜੀ ਲਾ ਕੇ ਅਤੇ ਉਹਦੇ ਅੰਦਰ ਚਾਨਣ ਕਰ ਦਿੰਦਾ ਹੈ। ਇਹ ਗੁਰਬਾਣੀ
ਤੇ ਪਰਮੇਸ਼ਰ ਦਾ ਨਾਮ ਇਹ ਹਨੇਰਾ ਦੂਰ ਕਰ ਦਿੰਦੇ ਹਨ, ਅਗਿਆਨ ਦਾ ਤੇ ਗਿਆਨ ਦਾ ਚਾਨਣ ਜਿਹੜਾ ਬਖਸ਼ ਦਿੰਦੇ ਹਨ। ਅਗਿਆਨ ਸਤਿਗੁਰੂ ਜੀ ਦੂਰ ਕਰਕੇ ਕਿਰਪਾ ਕਰਦੇ ਹਨ। ਤਾਂ ਹੀ ਕਿਹਾ ਹੈ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮਹਾਰਾਜ ਤੇਰੀ ਕਿਰਪਾ ਹੋਏ ਮੈਂ ਦੂਰ ਹੋ ਜਾਵਾਂ ਤੇ ਤੂੰ ਆ ਜਾਵੇਂ, ਕਿਉਂਕਿ ਮਾਣ ਤੇ ਨਾਮ ਇਹਨਾਂ ਦੋਵਾਂ ਦਾ ਭਾਵ ਅੱਖਰਾਂ ਦਾ ਭਾਵੇਂ ਸੁਮੇਲ ਉਹੀ ਹੈ, ਪਰ ਜੇ ਅੱਖਰ ਅੱਗੇ ਪਿੱਛੇ ਕਰ ਦਿੱਤੇ ਜਾਣ ਤੇ ਉਲਟ ਭਾਵ ਬਣ ਜਾਂਦਾ ਹੈ। ਜੇ ਨੰਨਾ ਪਹਿਲਾਂ ਲੱਗ ਜਾਵੇ ਤੇ ਨਾਮ ਬਣ ਜਾਂਦਾ ਹੈ, ਪਹਿਲਾਂ ਮੰਮਾ ਅੱਖਰ ਆ ਜਾਵੇ ਤੇ ਮਾਣ ਬਣ ਜਾਂਦਾ ਹੈ। ਇਸ ਕਰਕੇ ਜਿੱਥੇ ਨਾਮ ਹੈ ਉੱਥੇ ਮਾਣ ਨਹੀਂ, ਜਿੱਥੇ ਮਾਣ ਹੈ ਉੱਥੇ ਨਾਮ ਨਹੀਂ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਪਰਮੇਸ਼ਰ ਤੂੰ ਸਾਡੇ 'ਤੇ ਰਹਿਮਤ ਕਰ, ਸਾਡੇ ਹਿਰਦੇ ਵਿੱਚ ਪ੍ਰਗਟ ਹੋ, ਸਾਖਿਆਤਕਾਰ ਹੋ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਅੱਗੇ ਚਾਰਨ ਕੀਤਾ ਹੈ, ਦੂਰ ਨਾ ਜਾਣ ਅੰਤਰ ਮਨ ਹਰ ਕਾ ਮੈਲ ਪਛਾਨਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਕਿਰਪਾ ਕਰ ਤੇ ਮੈਨੂੰ ਇੰਨੀ ਸੋਝੀ ਤਾਕਤ ਬਖਸ਼ਣਾ ਕਰ, ਮੈਂ ਤੈਨੂੰ ਦੂਰ ਨਾ ਸਮਝਾਂ। ਕਿਉਂਕਿ ਜਿਹੜਾ ਸਮਝਦਾ ਹੈ ਵਾਹਿਗੁਰੂ ਮੇਰੇ ਅੰਗ ਸੰਗ ਹੈ, ਕਦੇ ਵੀ ਗਲਤ ਕੰਮ ਨਹੀਂ ਕਰ ਸਕਦਾ। ਜਦੋਂ ਜੀਵ ਪਰਮੇਸ਼ਰ ਨੂੰ ਤੇ ਮੌਤ ਨੂੰ ਭੁੱਲ ਜਾਂਦਾ ਉਦੋਂ ਕੋਈ ਵੀ ਗੁਨਾਹ ਕਰ ਸਕਦਾ ਹੈ। ਇਸ ਕਰਕੇ ਜਿਹੜਾ ਮੌਤ ਤੇ ਰੱਬ ਨੂੰ ਯਾਦ ਕਰਦਾ ਹੈ ਹਰ ਵੇਲੇ, ਸਮਝੋ ਕਿ ਉਹਦੇ 'ਤੇ ਕਿਰਪਾ ਹੈ। ਮਹਾਰਾਜ ਕਿਰਪਾ ਕਰ ਸਾਨੂੰ ਇਹ ਸੋਝੀ ਦੇ, ਅਸੀਂ ਕਦੀ ਵੀ ਤੈਨੂੰ ਦੂਰ ਨਾ ਸਮਝੀਏ, ਹਰ ਵੇਲੇ ਇਹ ਸਮਝੀਏ ਤੇਰੀ ਹਜ਼ੂਰੀ ਦੇ ਵਿੱਚ ਹਾਂ, ਜੋ ਵੀ ਕਰਦੇ ਹਾਂ ਤੇਰੀ ਹਜ਼ੂਰੀ ਵਿੱਚ ਕਰ ਰਹੇ ਹਾਂ। ਅਤੇ ਜਿਹੜਾ ਉਹਦੇ ਸਾਹਮਣੇ ਗਲਤੀ ਕਰੇਗਾ ਫਿਰ ਆਪ ਹੀ ਜਾਣਦਾ ਹੈ ਕਿ ਕੀ ਉਹਦਾ ਬਣੇਗਾ। ਇਸ ਕਰਕੇ ਉਹ ਪਹਿਲਾਂ ਹੀ ਬੇਨਤੀ ਕਰਦਾ ਹੈ, ਡਰਦਾ ਹੈ ਕਿ ਮੈਂ ਮਾਲਕ ਦੀ ਹਜ਼ੂਰੀ ਵਿੱਚ ਗਲਤ ਕੰਮ ਨਾ ਕਰ ਸਕਾਂ। ਅਤੇ ਸਰੀਰ ਦੇ ਅੰਦਰ ਹੀ ਮਹਾਰਾਜ ਕਿਰਪਾ ਕਰੋ, ਆਪਣਾ ਜਿਹੜਾ ਤੁਹਾਡਾ ਸਰੂਪ ਹੈ ਅਤੇ ਉਹ ਅੰਦਰ ਬਾਹਰ ਸਾਰੇ ਤਰ੍ਹਾਂ ਤੋਂ ਪੂਰਨ ਹੈ, ਅੰਦਰ ਵੀ ਹੈ, ਬਾਹਰ ਵੀ ਹੈ, ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ। ਪਰ ਜੋ ਇਹ ਮਿਹਰ ਕਰ ਸਾਨੂੰ ਇਹ ਦਿਵ ਦ੍ਰਿਸ਼ਟੀ ਬਖਸ਼ ਤੋਂ, ਜਿਹੜੀ ਹਾਲਤ ਜਿੱਥੇ ਵੀ ਹੋਵੇਂ ਤਾਂ ਅਸੀਂ ਤੈਨੂੰ ਪਛਾਣ ਸਕੀਏ, ਇਹ ਸਾਨੂੰ ਦ੍ਰਿਸ਼ਟੀ ਦੇਣਾ ਕਰ। ਜੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਪਣੇ ਨੇਤਰਾਂ ਨੂੰ ਸੰਬੋਧਨ ਕਰਕੇ ਤੇ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਹੇ ਨੇਤਰੋ, ਇਸ ਸੰਸਾਰ ਦੇ ਵਿੱਚ ਪਰਮੇਸ਼ਰ ਨੂੰ ਪਛਾਣਨਾ ਕਰੋ, ਜੀ ਦੇ ਵਿੱਚ ਪੱਤੇ ਪੱਤੇ ਵਿੱਚ ਵਸ ਰਿਹਾ ਹੈ। ਫਿਰ ਸਾਨੂੰ ਦਿਸਦਾ ਨਹੀਂ, ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਆਪਣੇ ਹਉਮੈ ਦੇ ਪਰਦੇ ਵਿੱਚ ਖੁਆਰ ਹੋ ਰਹੇ ਹਾਂ। ਅਤੇ ਮਹਾਰਾਜ ਤੂੰ ਕਿਰਪਾ ਕਰ, ਭਾਵੇਂ ਤੂੰ ਕਿਵੇਂ ਵੀ ਹੋਵੇਂ, ਪਰ ਸਾਨੂੰ ਸੋਝੀ ਦੇ, ਅਸੀਂ ਉੱਥੇ ਤੈਨੂੰ ਪਛਾਣ ਸਕੀਏ। ਗੁਰੂ ਪਿਆਰੀ ਸਾਧ ਸੰਗਤ, ਅੱਜ ਦੀ ਵਿਚਾਰ ਦੀ ਜੋ ਸਤਿਗੁਰੂ ਜੀ ਇਸ ਮਹੀਨੇ ਦੀ ਇਸ ਬਾਣੀ ਦੇ ਵਿੱਚ ਇੱਥੇ ਸੰਪੂਰਨਤਾ ਕਰਦੇ ਹੋਏ ਕਿਰਪਾ ਕਰਦੇ ਹਨ। ਇਹ ਵਿਚਾਰ ਦੀ ਇੱਥੇ ਵਿਸਰਾਮਤਾ ਹੈ। ਅਤੇ ਮਹਾਰਾਜ ਕਿਰਪਾ ਕਰਦੇ, ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨਿਰੰਕਾਰ ਦਾ ਰੂਪ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਗਿਆਨ ਅਨੁਸਾਰ ਗਿਆਨਪੂਰਵਕ ਆਪਣੇ ਮਨ ਦੇ ਵਿੱਚ ਮੰਨਣਾ ਕੀਤਾ ਹੈ ਸੁਣ ਕੇ, ਅਤੇ ਕਹਿੰਦੇ ਉਹ ਉਸ ਸਾਖੀ ਪ੍ਰਭੂ ਹੇ ਪਰਮੇਸ਼ਰ ਤੈਨੂੰ ਪਛਾਣ ਲੈਂਦੇ ਹਨ, ਉਹ ਤੈਨੂੰ ਪ੍ਰਾਪਤ ਕਰ ਲੈਂਦੇ ਹਨ। ਜਿਨ੍ਹਾਂ ਸੁਣ ਕੇ ਮੰਨਿਆ ਉਹਨਾਂ ਦੇ ਭਾਗ ਵੱਡੇ ਹਨ। ਤਾਂ ਹੀ ਕਿਹਾ ਗਾਵੀਏ ਸੁਣੀਏ ਮਨ ਰੱਖੀਏ ਭਾਵ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸਤਿਗੁਰਾਂ ਨੇ ਇਸ ਪ੍ਰਕਾਰ ਭਾਈ ਸਾਨੂੰ ਜੁਗਤੀ ਦੇਣਾ ਕੀਤੀ ਹੈ। ਸਾਨੂੰ ਪਹਿਲਾਂ ਸੁਣਨ ਦੀ ਜਾਚ ਆ ਜਾਵੇ, ਸੁਣ ਕੇ ਮੰਨਣ ਦੀ ਜਾਚ ਆ ਜਾਵੇ, ਅਤੇ ਆਪਣਾ ਉਸ ਤਰ੍ਹਾਂ ਜੀਵਨ ਬਣਾਉਣ ਦੀ ਸਾਡੇ 'ਤੇ ਸਤਿਗੁਰੂ ਕਿਰਪਾ ਕਰਨ, ਉਹ ਸਮਰੱਥਾ ਪ੍ਰਾਪਤ ਹੋ ਜਾਵੇ। ਦ੍ਰਿਸ਼ਟੀ ਬਖਸ਼ੇ ਮਹਾਰਾਜ, ਮਿਹਰ ਦੀ ਨਿਗਾਹ ਕਰੇ ਅਤੇ ਸਾਨੂੰ ਉਹ ਜੀਵਨ ਬਣਾਉਣਾ ਆ ਜਾਵੇ, ਸਮਾਂ ਸਫਲ ਹੋ ਜਾਵੇ। ਜੇ ਮਾਨਸ ਦੇ ਉਹਨੇ ਸਾਨੂੰ ਬਖਸ਼ੀ ਹੈ ਅਤੇ ਮਹਾਰਾਜ ਕਿਰਪਾ ਕਰ, ਅਤੇ ਇਹ ਸਫਲੀ ਕਰਨ ਦੀ ਸਾਨੂੰ ਸੋਝੀ ਬਖਸ਼।
ਗੁਰੂ ਪਿਆਰੇ ਸਾਧ ਸੰਗਤ, ਅੱਜ ਦੀ ਵਿਚਾਰ ਇਸ ਪ੍ਰਕਾਰ ਇੱਥੇ ਹੀ ਇਹਦੀ ਵਿਸਰਾਮਤਾ ਹੈ। ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੋਇਆਂ ਇਸ ਅਣਜਾਣ ਮੂਰਖ ਜੀਵ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋਈਆਂ। ਅਨੇਕਾਂ ਹੀ ਭੁੱਲਣਹਾਰ ਹਾਂ। ਗੁਰੂ ਮਹਾਰਾਜ ਦੀ ਸਾਧ ਸੰਗਤ, ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਅੱਗੇ ਤੂੰ ਰਹਿਮਤ ਬਖਸ਼ੋ। ਜੋ ਕਿਹਾ ਆਪ ਜੀ ਦੀ ਕਿਰਪਾ ਅਨੁਸਾਰ ਇਹ ਮੰਨਣ ਦੀ ਇਸ ਨਿਮਾਣੇ ਨਿਤਾਣੇ ਪਾਪੀ ਜੀਵ ਨੂੰ ਹੀ ਸੋਝੀ ਹੋ ਜਾਵੇ, ਉਸ ਅਨੁਸਾਰ ਚੱਲਿਆ ਜਾਵੇ ਅਤੇ ਸਤਿਗੁਰੂ ਜੀ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਏ, ਏਕਤਾ ਹੋਏ। ਭੁੱਲਾਂ ਚੁੱਕਾਂ ਦੀ ਦੁਬਾਰਾ ਆਪ ਜੀ ਤੋਂ ਖਿਮਾ ਚਾਹੁੰਦੇ ਹਾਂ। ਹੁਣ ਗੁਰੂ ਕੀ ਸਾਧ ਸੰਗਤ ਇੱਥੇ ਹੀ ਆਪ ਖਿਮਾ ਬਖਸ਼ਣੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।